ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਅਨੇਕ ਅਨੇਕ ਬਿਸੇਖੈ। ਵੇਦ ਪੁਰਾਣ ਕਤੇਬ ਕੁਰਾਨ, ਜਮੀਨ ਜਮਾਨ ਸਬਾਨ ਕੇ ਪੇਖੈ। ਪਾਉਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕੋ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਪਾਉਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕੋ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾ ਸਾਰੀਆਂ ਦੀਆਂ ਸਾਰੀਆਂ ਗੱਲਾਂ ਥੋਥੀਆਂ ਨੇ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾ ਬਾਕੀ ਜਿਤਨੇ ਵੀ ਕਰਮ ਤੂੰ ਕਰਦਾ ਹੈ ਉਹ ਨਕੰਮੇ ਆ, ਜੇ ਤੇਰੇ ਪਾਸ ਪਰਮੇਸ਼ਰ ਦਾ ਨਾਮ ਸਿਮਰਨ ਨਹੀਂ ਹੈਗਾ। ਤੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ ਹੋਏ, ਪ੍ਰੇਮ ਤੋਂ ਬਿਨਾਂ ਨਹੀਂ ਜੁੜਿਆ ਜਾ ਸਕਦਾ। ਜਿਹੜਾ ਅੱਜ ਦਾ ਸਵਈਆ ਨਾ ਵਿਚਾਰ ਅਧੀਨ, ਤਾਉ ਪ੍ਰਸਾਦ ਸਵਈਆਂ ਵਿੱਚੋਂ ਚੌਥੇ ਸਵਈਏ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਥੋਥੀਆਂ, ਤੇ ਪਰਮੇਸ਼ਰ ਦਾ ਸਿਮਰਨ ਉਨੀ ਦੇਰ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਸਾਡੇ ਅੰਦਰ ਉਹਦਾ ਪਿਆਰ ਪੈਦਾ ਨਹੀਂ ਹੋਇਆ। ਸਿਮਰਨ ਦਾ ਅਰਥ ਹੁੰਦਾ ਯਾਦ ਕਰਨਾ, ਚੇਤੇ ਕਰਨਾ। ਪ੍ਰੇਮ ਤੇ ਯਾਦ ਦਾ ਬੜਾ ਡੂੰਘਾ ਸੰਬੰਧ ਹੈ। ਜਿਹੜੇ ਇਨਸਾਨ ਦੇ ਨਾਲ ਤੁਹਾਡਾ ਪਿਆਰ ਹੈ, ਉਸ ਨੂੰ ਤੁਸੀਂ ਯਾਦ ਕਰਦੇ ਜੀ। ਜਿਸ ਦੇ ਨਾਲ ਤੁਹਾਡੀ ਪ੍ਰੀਤ ਹੈ ਉਹਦਾ ਚੇਤਾ ਆਉਂਦਾ ਹੈ, ਉਹਦੀ ਯਾਦ ਆਉਂਦੀ ਹੈ। ਜਿਸ ਦੇ ਨਾਲ ਪਿਆਰ ਹੈ, ਜਿਸ ਦੇ ਨਾਲ ਪ੍ਰੇਮ ਹੈ, ਉਹਨੂੰ ਮਿਲਣ ਵਾਸਤੇ, ਉਹਦੇ ਮਿਲਾਪ ਵਾਸਤੇ ਚਿੱਤ ਕਰਦਾ, ਦਿਲ ਕਰਦਾ। ਮਾਂ ਹੈ, ਪਿਤਾ ਹੈ, ਭੈਣ ਹੈ, ਭਰਾ ਹੈ, ਕੋਈ ਸੱਜਣ ਮਿੱਤਰ ਰਿਸ਼ਤੇਦਾਰ ਸੰਬੰਧੀ ਹੈ, ਜਿਸ ਦੇ ਨਾਲ ਸਾਡਾ ਪ੍ਰੇਮ ਹੈ, ਉਹਨੂੰ ਮਿਲਣ ਵਾਸਤੇ ਵੀ ਦਿਲ ਕਰਦਾ, ਉਹਦਾ ਚੇਤਾ ਆਉਂਦਾ ਹੈ। ਨਿਰੰਕਾਰ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਚੇਤਾ ਹੋਣਾ
ਪ੍ਰੇਮ ਤੋਂ ਬਿਨਾਂ, ਪ੍ਰੀਤ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਨਿਰੰਕਾਰ ਪਰਮਾਤਮਾ ਦੀ ਯਾਦ ਨਹੀਂ ਸਤਾਉਂਦੀ, ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਚਿੱਤ ਨਹੀਂ ਜੁੜਦਾ, ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਸਤੇ ਅੰਦਰੋਂ ਹਿਰਦਾ ਲਲਚਾਂਦਾ ਨਹੀਂ, ਖਿਮਾ ਕਰਿਆ ਜੇ ਅਜੇ ਪ੍ਰੀਤ ਨਹੀਂ ਬਣੀ, ਹਾਲੇ ਪਿਆਰ ਨਹੀਂ ਗਾ ਬਣਿਆ। ਜਿਸ ਦਿਨ ਪ੍ਰੇਮ ਬਣ ਗਿਆ, ਜਿਸ ਦਿਨ ਪ੍ਰੀਤ ਬਣ ਗਈ, ਉਸ ਦਿਨ ਉਹਦੀ ਯਾਦ ਆਏਗੀ, ਉਹਦਾ ਚੇਤਾ ਆਏਗਾ। ਤੇ ਚੇਤਾ ਆਉਣਾ ਹੀ, ਉਹਦੀ ਯਾਦ ਆਉਣੀ ਹੀ ਉਹਦੇ ਨਾਮ ਸਿਮਰਨ ਵਿੱਚ ਸਹੀ ਅਰਥਾਂ ਵਿੱਚ ਜੁੜਨਾ ਹੈ। ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਸਵਈਏ ਵਿੱਚ ਦੁਨੀਆ ਵਿੱਚ, ਸੰਸਾਰ ਜਗਤ ਵਿੱਚ ਸਾਡੇ ਕੀਤੇ ਹੋਏ ਕਰਮ ਕਾਂਡਾਂ ਦਾ ਜ਼ਿਕਰ ਵੀ ਕੀਤਾ। ਪਰ ਸਤਿਗੁਰ ਕਹਿੰਦੇ, ਸੱਜਣਾ, ਤੀਰਥਾਂ ਤੇ ਨਹਾ, ਤਰ੍ਹਾਂ ਤਰ੍ਹਾਂ ਦੇ ਸੰਜਮ ਕਰ, ਤਰ੍ਹਾਂ ਤਰ੍ਹਾਂ ਦੇ ਸੰਸਾਰ ਜਗਤ ਵਿੱਚ ਨੇਮ ਨਿਭਾ, ਵੇਦ ਪੜ੍ਹ, ਸ਼ਾਸਤਰ ਪੜ੍ਹ, ਪੁਰਾਣ, ਤਰ੍ਹਾਂ ਤਰ੍ਹਾਂ ਦੀਆਂ ਧਾਰਮਿਕ ਪੁਸਤਕਾਂ ਤੇ ਧਰਮ ਦੇ ਗ੍ਰੰਥਾਂ ਦਾ ਜਾਪ ਜਪ, ਪੌਣ ਆਹਾਰੀ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਜਾਂ ਪਹਾੜਾਂ ਦੀਆਂ ਚੋਟੀਆਂ ਤੇ ਬਹਿ ਜਾ ਕੇ। ਦਾਤਾ ਜੀ ਕਹਿੰਦੇ, ਹਜ਼ਾਰਾਂ ਲੋਕ ਮੈਂ ਸੰਸਾਰ ਜਗਤ ਵਿੱਚ ਇਹ ਕਰਮ ਕਰਦੇ ਵੇਖੇ, ਪਰ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਾ ਪਿਆ। ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਲੋਕਾਂ ਨੂੰ ਥਾਂ ਨਹੀਂ ਮਿਲੀ। ਬੜੇ ਪਿਆਰੇ ਬੋਲ ਮੇਰੇ ਦਾਤਾ ਜੀ ਨੇ ਵਰਤੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਬਸਿਖੈ। ਤੀਰਥਾਂ ਦੇ ਉੱਤੇ ਨਹਾ ਲੈਣਾ, ਤੀਰਥਾਂ ਤੇ ਇਸ਼ਨਾਨ ਕਰਨਾ, ਜੀਵਾਂ ਦੇ ਉੱਤੇ ਦਇਆ ਕਰਨੀ, ਤਰ੍ਹਾਂ ਤਰ੍ਹਾਂ ਦੇ ਦਾਨ ਪੁੰਨ ਕਰਨੇ, ਮਨ ਹਿਰਦੇ ਨੂੰ ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਰੋਕਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਦਮ ਤੇ ਉਪਰਾਲੇ ਕਰਨੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਨੇਕ ਬਸਿੱਖ ਹੈ। ਇਹੋ ਜਿਹੇ ਵਿਸ਼ੇਸ਼ ਤੌਰ ਤੇ ਅਨੇਕਾਂ ਯਤਨ ਕੀਤੇ ਜਾਣ, ਮੇਰਾ ਮਨ ਪਾਪਾਂ ਵਾਲੇ ਪਾਸਿਓਂ ਰੁਕ ਜਾਏ, ਮੇਰਾ ਮਨ ਹਿਰਦਾ ਵਿਸ਼ਿਆਂ ਵਾਲੇ ਪਾਸੇ ਨਾ ਜਾਏ, ਮੈਂ ਤੀਰਥਾਂ ਤੇ ਨਹਾ ਲਵਾਂ। ਤੀਰਥਾਂ ਤੇ ਨਹਾਉਣ ਨਾਲ ਮਨ ਵਿਕਾਰੀ ਹੋਣ ਤੋਂ ਹਟ ਜਾਏਗਾ। ਗੰਗਾ ਵਿੱਚ, ਜਮਨਾ ਵਿੱਚ, ਪ੍ਰਯਾਗਰਾਜ ਤੇ ਜਾ ਕੇ ਚੁਭੀਆਂ ਮਾਰਨ ਨਾਲ ਮਨ ਝੂਠ ਬੋਲਣੋਂ ਹਟ ਜਾਏਗਾ। ਮਨ ਵਿਸ਼ਿਆਂ ਵਿਕਾਰਾਂ ਤੇ ਬੁਰਾਈਆਂ ਵਾਲੇ ਪਾਸਿਓਂ ਰੁਕ ਜਾਏਗਾ। ਦਾਤਾ ਜੀ ਕਹਿੰਦੇ ਨਹੀਂ, ਅਨੇਕ ਬਸਿੱਖ ਹੈ। ਇਹੋ ਜਿਹੇ ਵਿਸ਼ੇਸ਼ ਤੌਰ ਤੇ ਅਨੇਕਾਂ ਕੰਮ ਕਰਦਾ ਫਿਰ ਕਿ ਇਸ ਢੰਗ ਨਾਲ ਮੇਰੇ ਮਨ ਹਿਰਦੇ ਦੀ ਇਕਾਗਰਤਾ ਬਣ ਸਕਦੀ ਹੈ। ਸਤਿਗੁਰੂ ਕਹਿਣ ਲੱਗੇ, ਵੇਦ ਪੁਰਾਣ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪਿੱਖ ਹੈ। ਵੇਦ 4 ਵੇਦ ਨੇ ਹਿੰਦੂ ਮੱਤ ਦੇ। ਸਨਾਤਨੀ ਮੱਤ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਵੀ ਇਹ ਬ੍ਰਹਮਾ ਨੇ ਲਿਖੇ। ਸਾਮ ਵੇਦ, ਰਿਗ ਵੇਦ, ਯਜੁਰ ਵੇਦ ਤੇ ਅਥਰਵਣ ਵੇਦ, 18 ਪੁਰਾਣ ਨੇ ਸਨਾਤਨੀ ਮੱਤ ਦੇ। ਵੇਦ ਪੁਰਾਣ ਕਤੇਬ ਕੁਰਾਨ, ਇਹ ਧਾਰਮਿਕ ਗ੍ਰੰਥ ਪੜ੍ਹਦਾ ਫਿਰ। ਕਤੇਬ ਇਹ ਸਾਮੀ ਮੁਲਕਾਂ ਦੀਆਂ 4 ਪੁਸਤਕਾਂ, ਸਾਮੀ ਮੁਲਕਾਂ ਦੇ 4 ਧਾਰਮਿਕ ਗ੍ਰੰਥ ਆ ਜਿਨ੍ਹਾਂ ਨੂੰ ਉਹ ਪੜ੍ਹਦੇ। ਅੰਜੀਲ, ਤੌਰੇਤ, ਜੰਬੂਰ ਤੇ ਕੁਰਾਨ, ਇਹਨਾਂ 4 ਪੁਸਤਕਾਂ ਨੂੰ ਕਤੇਬ ਕਹਿੰਦੇ ਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਦ ਪੁਰਾਣ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪਿੱਖ ਹੈ। ਸਬਾਨ ਦਾ ਅਰਥ ਹੁੰਦਾ ਸਾਰੇ ਦੇ ਸਾਰੇ, ਪੇਖੇ ਦਾ ਅਰਥ ਹੁੰਦਾ ਵੇਖਣਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸਜਣਾ ਕੀ ਵੇਦ, ਚਾਰੇ ਦੇ ਚਾਰੇ ਵੇਦ, 18 ਦੇ 18 ਪੁਰਾਣ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਚਾਰੇ ਦੀਆਂ ਚਾਰੇ ਇਹ ਕਤੇਬਾਂ ਪੁਸਤਕਾਂ ਨੇ ਜਿਹੜੀਆਂ ਕੁਰਾਨ ਆਦਿਕ, ਇਹ ਸਾਰੇ ਦੇ ਸਾਰੇ ਦੁਨੀਆ ਭਰ ਦੇ ਸਾਰੀ ਧਰਤੀ ਦੇ ਗ੍ਰੰਥ ਪੜ੍ਹ ਲਾ, ਇਹਨਾਂ ਸਾਰਿਆਂ ਦਾ ਗਿਆਨ ਹਾਸਲ ਕਰ ਲਾ, ਪੜ੍ਹਨ ਨਾਲ ਛੁਟਕਾਰਾ ਨਹੀਂ ਹੋਏਗਾ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਤੇ ਛੁਟਕਾਰਾ ਕਿੱਥੇ ਹੈ ਜੀ? ਹਰ ਕਾ ਨਾਮ ਨ ਜਪਿ ਗਵਾਰਾ, ਕਿਆ ਸੋਚੈ ਬਾਰ-ਬਾਰ। ਚਾਰੇ ਵੇਦ ਪੜ੍ਹ ਲਏ, 18 ਦੇ 18 ਪੁਰਾਣ ਪੜ੍ਹ ਲਏ,
ਤੌਰੇਤ, ਜੰਬੂਰ, ਅੰਜੀਲ, ਕੁਰਾਨ, ਇਹ ਸਾਰੇ ਦੀਆਂ ਸਾਰੀਆਂ ਪੁਸਤਕਾਂ ਦਾ ਗਿਆਨ ਹਾਸਲ ਕਰ ਲਿਆ। ਧਰਤੀ ਦੇ ਉੱਤੇ ਜਿੰਨੀਆਂ ਧਾਰਮਿਕ ਪੁਸਤਕਾਂ ਕਲਗੀਧਰ ਪਾਤਸ਼ਾਹ ਕਹਿੰਦੇ ਸਾਰੇ ਦੀਆਂ ਸਾਰੀਆਂ ਵੇਖ ਲਈਆਂ, ਪੜ੍ਹ ਲਈਆਂ, ਵਿਚਾਰ ਲਈਆਂ। ਜ਼ਿੰਦਗੀ ਵਿੱਚ ਛੁਟਕਾਰਾ ਉਨੀ ਦੇਰ ਨਹੀਂ ਜਿੰਨੀ ਦੇਰ ਨਹੀਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ। ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ। ਰਹਿਰਾਸ ਸਾਹਿਬ ਦੇ ਪਾਠ ਵਿੱਚ ਇੱਕ ਸਵਈਆ ਹੁੰਦਾ ਹੈ। ਸਾਰੇ ਰਹਿਰਾਸ ਸਾਹਿਬ ਦੇ ਪਾਠ 'ਚ ਇੱਕ ਸਵਈਆ। ਪਤਾ ਕਲਗੀਧਰ ਪਾਤਸ਼ਾਹ ਨੇ ਕੀ ਆਖਿਆ ਉਹਦੇ 'ਚ? ਕਹਿੰਦੇ ਹੇ ਮਾਲਕ ਨਿਰੰਕਾਰ, ਜਿਸ ਦਿਨ ਦੇ ਤੇਰੇ ਚਰਨ ਪਕੜ ਲਏ, ਜਿਸ ਦਿਨ ਦਾ ਤੇਰੇ ਪੈਰੀਂ ਲੱਗ ਗਿਆ, ਕਹਿਣ ਲੱਗੇ ਕਿਸੇ ਹੋਰ ਦੇ ਅੱਗੇ ਮਸਤਕ ਟੇਕ ਦੇਣਾ, ਕਿਸੇ ਹੋਰ ਦੇ ਅੱਗੇ ਨਮਸਕਾਰ ਕਰ ਦੇਣੀ, ਮੱਥਾ ਰੱਖ ਦੇਣਾ, ਇਹ ਬਾਤ ਤੇ ਇੱਕ ਪਾਸੇ ਰਹੀ। ਜਿਸ ਦਿਨ ਦੇ ਵਾਹਿਗੁਰੂ ਤੇਰੇ ਚਰਨ ਪਕੜ ਲਏ, ਤੇਰੇ ਤੋਂ ਬਿਨਾਂ ਮੇਰੀ ਅੱਖ ਥੱਲੇ ਵੀ ਕੋਈ ਨਹੀਂ ਆਉਂਦਾ। ਚੇਤਾ ਵੀ ਨਹੀਂ ਕਿਸੇ ਦਾ ਆਉਂਦਾ ਵੀ ਤੇਰੇ ਤੋਂ ਬਿਨਾਂ ਕਿਸੇ ਹੋਰ ਦੇ ਪੈਰਾਂ ਤੇ ਮੱਥਾ ਟੇਕਦਾ। ਜ਼ਿਕਰ ਕੀਤਾ ਉਹਨਾਂ ਲੋਕਾਂ ਦਾ, ਕੀ ਕੁਛ ਹੈ ਸੰਸਾਰ ਜਗਤ ਵਿੱਚ ਜਿਨ੍ਹਾਂ ਦਾ ਚੇਤਾ ਕਦੇ ਮੇਰੇ ਚਿੱਤ ਵਿੱਚ ਵੀ ਨਹੀਂ ਆਇਆ। ਆਪਾਂ ਸਾਰਿਆਂ ਨੂੰ ਇਹ ਸਵਈਆ ਆਉਂਦਾ ਹੈ, ਕੇਵਲ ਇੱਕ ਦਾ ਪੁਜਾਰੀ ਬਣਨ ਦੀ ਪ੍ਰੇਰਨਾ 'ਚ। ਕਲਗੀਧਰ ਪਾਤਸ਼ਾਹ ਕਹਿੰਦੇ ਪਾਏ ਗਹੇ ਜਬ ਤੇ ਤੁਮਰੇ। ਪਾਏ ਦਾ ਅਰਥ ਹੈ ਪੈਰ, ਗਹੇ ਦਾ ਅਰਥ ਹੁੰਦਾ ਪਕੜਨਾ। ਪਾਏ ਗਹੇ, ਪੈਰ ਪਕੜ ਲਏ, ਚਰਨ ਪਕੜ ਲਏ, ਜਬ ਤੇ ਤੁਮਰੇ, ਜਿਸ ਦਿਨ ਤੋਂ ਨਿਰੰਕਾਰ ਵਾਹਿਗੁਰੂ ਤੇਰੇ, ਜਿਸ ਦਿਨ ਤੋਂ ਤੇਰੇ ਚਰਨ ਪਕੜ ਲਏ, ਪੈਰ ਪਕੜ ਲਏ, ਜੀਵਨ ਕੀ ਬਣ ਗਿਆ? ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਆਂਖ ਤਰੇ ਦਾ ਅਰਥ ਹੈ ਅੱਖ ਥੱਲੇ ਵੀ ਕੋਈ ਨਹੀਂ ਆਉਂਦਾ ਮੇਰੇ। ਰਾਮ, ਰਹੀਮ, ਪੁਰਾਣ, ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ। ਮੈਂ ਨਹੀਂ ਕਿਸੇ ਦੀ ਗੱਲ ਮੰਨਦਾ। ਸਿਮਰਤ, ਸ਼ਾਸਤਰ, वेद सब बहु भेद कहें हम एक न जाने। श्री असपान कृपा तुमरी कर मैं न कहो सब तोहे बखाने। अज दे शब्द विच दाता जी कहते वेद पुराण कतेब कुरान जमीन जमान सबान के पेख। सारी जमीन दे उत्ते सारी दी सारी धरती दे उत्ते जिन्नियां भी धार्मिक पुस्तकां ते किताबां साहिब सच्चे पातशाह कहते सारी दियां सारियां पुस्तकां जमीन जमान सारे दा सारा जिंदगी दा समा इन्हां नूं पढ़न ते ला दे। पर की कहते सतगुरु मालिक परमात्मा दे चरनां विच प्रवान होण तो बिना छुटकारा नहीं होना। कहो नानक एह तत विचारा बिन हर भजन नहीं छुटकर। पौन आहार जति जत धार सबै सो विचार हजारक देखै। पौन आहार ਜਿਹੜੇ ਲੋਕ ਕਹਿੰਦੇ ਅਸੀਂ ਭੋਜਨ ਨਹੀਂ ਛਕਦੇ, ਰੋਟੀ ਨਹੀਂ ਖਾਂਦੇ, ਅਸੀਂ ਪੌਣ ਆਹਾਰੀ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਪੌਣ ਆਹਾਰੀ ਹਵਾ ਦੇ ਆਸਰੇ ਜੀਣ ਵਾਲੇ ਲੋਕ, ਉਹਨਾਂ ਨੂੰ ਪੌਣ ਆਹਾਰੀ ਕਹਿੰਦੇ। ਮੈਂ ਪੌਣ ਦਾ ਹਵਾ ਦਾ ਹੀ ਆਹਾਰ ਕਰਦਾ ਹਾਂ, ਰੋਟੀ ਆਦਿਕ ਕੋਈ ਚੀਜ਼ ਨਹੀਂ ਖਾਂਦਾ। ਸਤਿਗੁਰੂ ਕਹਿੰਦੇ ਜਤੀ ਜਤ ਧਾਰ ਐਸੇ ਐਸੇ ਬ੍ਰਹਮਚਾਰੀ ਲੋਕ ਜਿਹੜੇ ਕਹਿੰਦੇ ਅਸੀਂ ਸੰਸਾਰ ਛੱਡ ਕੇ ਗ੍ਰਸਤ ਤਿਆਗ ਦਿੱਤਾ, ਅਸੀਂ ਜਤੀ ਹੋ ਗਏ, ਬ੍ਰਹਮਚਾਰੀ ਹੋ ਗਏ। ਅਸੀਂ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮ ਗਤ ਪਈ। 10 ਗੁਰੂ ਸਾਹਿਬਾਨ ਹੋਏ ਸਿੱਖਾਂ ਦੇ ਸਰੀਰਕ ਜਾਮੇ 'ਚ। ਅੱਜ ਸਾਡੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਚੇਤੇ 'ਚ ਰੱਖਿਓ 10 ਗੁਰੂ ਸਾਹਿਬਾਨ ਸਰੀਰਕ ਜਾਮੇ 'ਚ ਹੋਏ, ਉਹਨਾਂ ਵਿੱਚੋਂ 9 ਗੁਰੂ ਸਾਹਿਬਾਨ ਗ੍ਰਸਤੀ ਜੀਵਨ ਵਾਲੇ। ਕੇਵਲ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਤਕਰੀਬਨ ਪੌਣੇ ਕੋ 8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਬਾਕੀ 9 ਦੇ 9 ਹੀ ਗੁਰੂ ਸਾਹਿਬਾਨ ਗ੍ਰਸਤ ਜੀਵਨ ਵਾਲੇ। ਉਹਨਾਂ ਦੇ ਪਰਿਵਾਰ, ਬੱਚੇ, ਧੀਆਂ, ਪੋਤੇ, ਪਤਨੀਆਂ। ਜੇ ਅੱਜ ਕੋਈ ਇਨਸਾਨ ਆਖੇ ਘਰ-ਬਾਰ ਛੱਡ ਕੇ ਗ੍ਰਸਤ ਤਿਆਗ ਕੇ ਸੰਸਾਰ ਤਿਆਗ ਕੇ ਮੈਂ ਵੱਡਾ ਸਾਧੂ ਬਣ ਸਕਦਾ ਹਾਂ, ਮੈਂ ਬਹੁਤ ਮਹਾਨ ਗੁਰਸਿੱਖ ਹੋ ਸਕਦਾ, ਇਹਦਾ ਭਾਵ ਫਿਰ ਬਾਬਾ ਨਾਨਕ ਤੇ ਵੱਡਾ ਸਿੱਖ ਨਾ ਹੋਇਆ। ਫਿਰ ਉਹ ਤੇ ਸਤਿਗੁਰ ਹੈ ਸਾਡਾ, ਸਭ ਤੇ ਵੱਡਾ ਸਤਿਗੁਰ ਨਾਨਕ
जिन कल राखी मेरी, उन्हां तो किन्ना कुं अगे निकल जाएगा। जिन्हां दा दिहाड़ा आपां मना रहे, कलगीधर पिता धन श्री गुरु गोबिंद सिंह साहब महाराज, गृहस्थ जीवन, 4 साहिबजादे धर्म की खातर कुर्बान करते हो सतगुर ने। ज्ञानन में ज्ञान और ध्यानन में ध्यान, गुरु सगल धर्म में गृहस्थ प्रधान है। ये गुरु नानक दे घर दा असूल है। और चेते च रखियो, घर बार छड्ड के कोई आखे मैं जंगलों च चल जाना, पहाड़ों दी चोटियां ते चले जाना। बाबे नानक ने जोगियां नूं आख्या सी, ओ जोगी लोको, घर बार छड्ड के दुनिया त्याग के आ सुमेर पर्वत ते बह गए जे आके? वो कहते हाँ। सतगुर ने आख्या जंगलों च बह गए जे आके, शरीर ते सुआह मल के, कन्ना च मुंदरा पा के, जटावां वधा के दुनिया त्यागती जे? वो कहते हाँ। गुरु नानक बाबा जी ने एक वचन आख्या सी, कहते सजणों एक गल दसो, जदों किते खाण दी लोड़ पवे, कोई पदार्थ पीण दी लोड़ पवे, पहनण दी लोड़ पवे, की करदे जे? आखिर खाना पीना पहनना ते है ही है ना, की करदे जे? ते जोगी पता की जवाब देंदे सी? कहते बाबा नानक, जदों किते खाण पीण पहनण दी लोड़ पवे, किसी चीज वस्त की जरूरत पवे, असीं गृहस्थियां दे घर मंगण वास्ते जाने हैं। असीं गृहस्थियां दे घर ठूठा फड़ के मंगदे हैं जाके। गुरु बाबे ने पता की आख्या सी? कहने फिर मेरी गल का जवाब दोगे? कहते जी पूछो। सतगुरु शहनशाह ने आख्या, एक बंदा किसी दे दरवाजे ते मंगण जांदा वा, मंगता बन के, भिखारी बन के, ते दूसरा उहदी हत्थ दी तली दे उत्ते रखदा वा। महान कौन है? मंगता कौन है ते दाता कौन है? दान देने वाला कौन है ते भिखारी कौन है? इन्हां दोवां च एक पासे तुसीं गृहस्थी लोकां नूं कहिंदे जे, ये गृहस्थी लोग नीवें आ ते गृहस्थ जीवन विच रह के रब नहीं पाया जा सकदा। गुरु नानक देव साहब कहंदे उन्हां गृहस्थियां दे घर मंगण वास्ते जांदे, उन्हां गृहस्थियां दे दर दे भिखारी बन के जांदे हो, और वो गृहस्थी तुहाडी हत्थ दी तली ते रखदे आ। तुसीं हो गए मंगते, गृहस्थी हो गया दाता, दानी। महान कौन है? उन्हां गृहस्थियां नूं माड़ा कहिंदे जे, उन्हां गृहस्थियां दी निंदਿਆ करदे जे भी ये नीवें आ। ते साहब कहते उन्हां दे घर दा दिता खांदे जे, नाले उन्हां लोकां दे घर दा दिता खांदे जे, उन्हां दा दिता पहनदे जे, उन्हां दियां दित्तियां रोटियां ते भोजन प्रशादे नाल पेट भरदे जे, उन्हां दी निंदਿਆ करदे जे। ठोकर सी ना। गुरु नानक देव दे चरनां ते सिर रख के बह गए जोगी लोग। भाई साहब भाई गुरदास जी ने इस बात का जिक्र किया। वो कहते होए अतीत गृहस्थ छड्ड, फिर उन्हों के घर मंगण जाए। होए अतीत, तुसीं अतीत हो गए, उदासी हो गए, निर्लेप हो गए गृहस्थ तो, संसार तो। कहण लगे उन्हां गृहस्थियां नूं माड़ा कहिंदे जे, उन्हां गृहस्थियां दे दरवाजे ते मंगण वास्ते जांदे जे, ते उन्हां गृहस्थियां दे घरों ही आटा दालां सब्जियां ते भोजन प्रशादा लैके अपना ढिड भरदे जे, उन्हां गृहस्थियां दी निंदਿਆ करदे। जिस दे घर दा खाओ उसे दी निंदਿਆ करो। किन्ने क अकलमंद हो गए तुसीं बई। बड़ियां तकड़ा ठोकरां सी बाबे नानक दियां। होए अतीत गृहस्थ छड्ड, फिर उन्हों के घर मंगण जाए। ते उन्हां जोगियां ने की कीता? सिद्धा ने भाई गुरदास जी दे बचन ही आ, कहंदे सिद्ध बोलण शुभ बचन, धन नानक तेरी वड्डी कमाई। उमरां विच बाबा नानक असीं वड्डे आ, भावें तू गृहस्थी आ, कमाई विच तू वड्डा। साडी कमाई घालना मशक्कत नाम सिमरन ते बंदगी दी, बाबा नानक तुहाडे बराबर नहीं हो सकती। तू महान है। गुरु नानक दे चरनां दे उत्ते सिर रख के बह गए हो लोग। ये बेनती मैं इस करके कर रहा, पौण आहार जति जत धार, सबै सो विचार हजारक देखै। हजारक देखै दा अर्थ हुंदा हजारां ही ऐसे लोग मैं संसार जगत विच इस दुनिया दे विच वेखे आ, ऐसे साधन करदे। की जति, की सती, पातशाह कहते की पौण आहारी लोग, की ब्रह्मचारी। पर सजनों चेते च रखियो, कलगीधर दाते ने बचन वरते, श्री भगवान भजे बिन भूपत, एक रत्ती बिन एक न लिखै। जे निरंकार परमात्मा नूं भजिया नहीं, उस भगवान अकाल पुरख वाहिगुरू नूं याद नहीं किया, निरंकार परमेश्वर दे चरनां नाल प्रेम नहीं बनाया,
महाराज ने आख्या भावें भूपत राजे लोग होण, एक रत्ती भर भी जे रब नाल तुहाडा प्यार नहीं ना बनिया, सतगुर कहंदे किसे लेखे विच नहीं है तुहाडी जिंदगी। एक रत्ती बिन भाव रब दा प्यार, रब दा प्रेम, निरंकार वाहिगुरु परमेश्वर दा नाम रत्ती भर ही किणका मात्र ही तुसीं अपने दिल च टकाया होवे। जे रब दा प्यार रत्ती मात्र भी नहीं, परमेश्वर दी प्रीत रत्ती मात्र भी नहीं, रब दा नाम किणका मात्र भी अंदर नहीं टिकिया, पातशाह कहंदे सारे दा सारा जीवन व्यर्थ गुजार दिता जे, भावें जिन्नी मर्जी लंबी जिंदगी जी के संसार तो चले जा। राजे बादशाह लोग भी क्यों ना हो निबड़ो, निरंकार दे प्रेम तो बिना ते रब दे नाम तो बिना जिंदगी किसी काम दी नहीं है। अत सुंदर कुलीन चतर मुख ज्ञानी तनवंत, मृतक कहिए नानका जे प्रीत नहीं भगवंत। कदे सोच के वेख्या आ जिहड़ियां पंज चीज़ां गुरु अर्जन देव साहब ने जिक्र किया, जिन्हां इक्को बंदे दे कोल ये पंज दियां पंज होण औखी बात है, पर श्री गुरु अर्जन देव साहब दाता जी कहते पंजे दियां पंजे तेरे कोल आ जाण, पर तू रब नाल प्रेम ना करदा, परमेश्वर नाल तेरी प्रीत ना होवे। किहड़ियां किहड़ियां पंज चीज़ां? अत सुंदर, अत दा सोहना होवे, कुलीन कहते एक ते अत दा सोहना होवे, सुंदर होवे, तेरा जन्म उच्ची कुल विच होया होवे। तीसरा पातशाह कहते चतर बड़ा होवे, अकलमंद बड़ा होवे, बड़ी बरीक बुद्धि होवे तेरी। मुख ज्ञानी, कला चतर बुद्धि वाला, अकलमंद ही ना होवे, चतर ही ना होवे, घंटियां बधी अपने मूँह तो ज्ञान दियां गल्लां कर सकदा होवे। मुख ज्ञानी, मूँह तो ज्ञानवान भी होवे बड़ा बड़ा। तनवंत, रिच मैन होवे, अमीर होवे बहुत। हुण जेड़ा बंदा अमीर भी होवे, ध्यान नाल सुणियो बेनती, जेड़ा बंदा अमीर भी होवे, धनवान भी होवे, मूँह तो ज्ञान दियां गल्लां भी करदा होवे, चतर भी बहुत होवे, ते उच्ची कुल विच भी पैदा होया होवे, ते सुंदर भी बहुत होवे, सोहना भी होवे, संसार ते आखे गए ने भी ये बंदा बड़ा सियाणा वा, अकलमंद है, बड़ा वधिया बंदा है। पर गुरु अर्जन देव साहब की कहते कहते सजना अत दा सोहना, उच्ची कुल वाला, चतर, ज्ञानवान ते धनवान ते अमीर हो के भी जे रब नाल प्यार नहीं ना करदा, परमेश्वर नाल प्रेम नहीं पाया, गुरु अर्जन देव कहते कि जिउंदी लाश तुरी फिरदी है इस धरती दे उत्ते गुरु दी नज़र च। पंक्तियां सुन लैणियां। अत सुंदर कुलीन चतर मुख ज्ञानी तनवंत, मृतक कहिए नानका जे प्रीत नहीं भगवंत। चेते च रखियो, जेड़ा बंदा प्रेम करन वाला, प्यार दे विच प्रेम दे विच बंदा वंडदा वा, लोभ लालच दे विच मंगदा वा। जेड़ा स्वार्थी इंसान है, लोभी लालची है, ਉਹਦੇ अंदर ये भावना वा भी दूजे दे कोल जिन्ना कुछ हैगा ये सारे दा सारा कुछ मेरा हो जाए। प्यार दे विच इंसान कहंदा जिन्ने दा जिन्ना कुछ मेरे कोल आए सारा दूजे दा हो जाए। कलगीधर पिता श्री गुरु गोबिंद सिंह साहब दातार सतगुरु शहनशाह दा इन्हां दिनां विच तुसीं दिहाड़ा मना रहे जे, प्रकाश दिहाड़ा। किहड़ी दुनिया दी ऐसी चीज वा, किहड़ी संसार दी ऐसी वस्त वा जिहड़ी कलगीधर दाते गुरु गोबिंद सिंह साहब ने साडे कोलों लुका के रखी है। कुछ लुका के रखा उन्हें, और वो किहड़ी दुनिया दी वस्त वा, लोक परलोक दी किहड़ी दात ते पदार्थ वा जिहड़ा कलगीधर पातशाह ने अपने सिखां, अपने खालसे दी झोली च नहीं पाया। एडा प्यारा सतगुर एक दलील देन लगा, ध्यान नाल सुनियो। आ पिछले दिनी भावें तुसीं साहिबजादियां दा शहीदी दिहाड़ा मनाया होगा दसंबर दे लास्ट हफ्ते च, अखीरले हफ्ते च। वो बातां कुछ मैं साझियां करनियां चाहना जिहड़ियां स्टेजां ते घट साझियां कीतियां गईयां। कलगीधर गुरु गोबिंद सिंह साहब का इतिहास बड़ा लमेरा, तकरीबन 42 साल का इतिहास है गुरु गोबिंद सिंह साहब का, 42 साल का, उन्होंने आगमन तो लैके ज्योति जोत समाउण तक। जिस दिन कलगीधर पातशाह ने आनंदपुर साहब का किला छड्डना सी, अधी रात शामां जियां पईयां,
ਸਾਰੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਕੇ ਖਾਲਸੇ ਨੂੰ ਦੱਸ ਤੇ ਦਿੱਤਾ ਭਈ ਆਪਾਂ ਅੱਜ ਅੱਧੀ ਰਾਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਜਾਣਾ। ਜਦੋਂ ਸ਼ਾਮ ਨੂੰ ਸੋ ਦਾ ਰਹਿਰਾਸ ਸਾਹਿਬ ਦਾ ਪਾਠ ਹੋਇਆ, ਸ਼ਾਮ ਦਾ ਨਿਤਨੇਮ ਕੀਤਾ ਗਿਆ, ਸਤਿਗੁਰੂ ਪਾਤਸ਼ਾਹ ਨੇ ਵੱਡੇ ਦੋਵੇਂ ਸਾਹਿਬਜ਼ਾਦੇ ਉਹਨਾਂ ਨੂੰ ਵੀ ਆਪਣੇ ਕੋਲ ਬੁਲਾਇਆ, ਪੰਜਾਂ ਪਿਆਰਿਆਂ ਨੂੰ ਵੀ ਆਪਣੇ ਪਾਸ ਬੁਲਾਇਆ, ਬਾਕੀ ਸਿੰਘ ਵੀ ਆਲੇ ਦੁਆਲੇ ਬੈਠੇ ਆ। ਸਤਿਗੁਰੂ ਨੇ ਆਖਿਆ ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਕਹਿੰਦੇ ਅਜੀਤ ਸਿੰਘ, ਜੁਝਾਰ ਸਿੰਘ ਜੀ ਮਹਾਰਾਜ, ਕੀ ਹੁਕਮ ਹੈ ਸਤਿਗੁਰੂ ਪਿਤਾ ਜੀ? ਕਹਿੰਦੇ ਇਹ ਗੱਲ ਤੇ ਤੁਹਾਨੂੰ ਦੱਸ ਦਿੱਤੀ ਆ ਵੀ ਅੱਜ ਤਕਰੀਬਨ ਅੱਧੀ ਰਾਤ ਆਪਾਂ ਇਹ ਕਿਲ੍ਹਾ ਛੱਡ ਜਾਣਾ, ਆਨੰਦਪੁਰ ਨੂੰ, ਸਰੀਰ ਕਰਕੇ ਇਸ ਧਰਤੀ ਨੂੰ ਆਪਾਂ ਅਲਵਿਦਾ ਕਹਿ ਜਾਣਾ ਅੱਜ। ਕਹਿੰਦੇ ਪਿਤਾ ਜੀ ਸਾਨੂੰ ਪਤਾ, ਤੁਸੀਂ ਹੁਕਮ ਲਾਇਆ। ਇਹਦੇ ਚ ਆਹ ਜਿਹੜਾ ਬਚਨ ਸਾਂਝਾ ਕਰਨ ਲੱਗਾ, ਇਹ ਭਾਈ ਸੰਤੋਖ ਸਿੰਘ ਨੇ ਵੀ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਚ। ਕਲਗੀਧਰ ਪਿਤਾ ਨੇ ਆਖਿਆ ਸੀ ਸਾਹਿਬਜ਼ਾਦਾ ਅਜੀਤ ਸਿੰਘ, ਜਦੋਂ ਕਿਲ੍ਹੇ ਵਿੱਚੋਂ ਬਾਹਰ ਨਿਕਲਣਾ ਹੋ, ਅਜੀਤ ਸਿੰਘ ਤੁਸੀਂ ਆਪਣੇ ਘੋੜੇ ਤੇ ਸਵਾਰ ਹੋ ਕੇ ਮੇਰੇ ਨਾਲ ਨਾਲ, ਜਿਹੜਾ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਆਪਣਾ ਘੋੜਾ ਵਾ, ਮੇਰੇ ਸੱਜੇ ਹੱਥ ਤੁਸੀਂ ਨਾਲ ਨਾਲ ਤੁਰਨਾ ਹੋ। ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਖਿਆ ਤੂੰ ਮੇਰੇ ਖੱਬੇ ਹੱਥ ਰਹੇਗਾ ਘੋੜੇ ਤੇ ਸਵਾਰ ਹੋ ਕੇ। ਜਿਹੜੇ ਪੰਜ ਪਿਆਰੇ ਸਨ ਉਹਨਾਂ ਦੀਆਂ ਸੇਵਾਵਾਂ ਵੀ ਲੱਗ ਗਈਆਂ, ਤੁਸੀਂ ਅੱਗੇ ਚੱਲਣਾ ਪਿੱਛੇ ਚੱਲਣਾ। ਭਾਈ ਸਾਹਿਬ ਭਾਈ ਜੀਵਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਇਹ ਜਿਹੜੇ ਸਿੱਖ ਵਾ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਇਹਨਾਂ ਸਾਰਿਆਂ ਦੀਆਂ ਸੇਵਾਵਾਂ ਲਾਤੀਆਂ ਘੋੜਿਆਂ ਤੇ ਸਵਾਰ ਹੋ ਕੇ। ਕਿੱਦਾਂ ਕਿੱਦਾਂ ਚੱਲਣਾ ਵਾ ਤੁਸੀਂ ਸਾਡੇ ਨਾਲ? ਸਾਰਿਆਂ ਨੇ ਸਤ ਬਚਨ ਕਹਿਤਾ। ਔਰ ਕਮਾਲ ਦੀ ਗੱਲ ਤੁਹਾਨੂੰ ਦੱਸਾਂ, ਜਿਹੜੇ ਆਹ ਸਿੰਘ ਸਨ ਨਾ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਇਹਨਾਂ ਦੀ ਸੇਵਾ ਸਾਰੇ ਜਥੇ ਦੇ ਪਿਛਲੇ ਪਾਸੇ ਚੱਲਣਾ ਤੁਸੀਂ ਘੋੜਿਆਂ ਤੇ ਸਵਾਰ ਹੋ ਕੇ, ਮਗਰ ਮਗਰ ਰਹਿਣਾ ਤੁਸੀਂ ਸਾਰਿਆਂ ਤੋਂ। ਇਹਦਾ ਕਾਰਨ ਪਤਾ ਕੀ ਸੀ? ਵੀ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਮਗਰੋਂ ਮੁਗਲ ਫੌਜਾਂ ਨੇ ਧਾਵਾ ਬੋਲਣਾ ਵਾ ਆਪਣੇ ਜਥੇ ਦੇ ਉੱਤੇ, ਆਪਣੇ ਖਾਲਸੇ ਤੇ। ਇਸ ਕਰਕੇ ਸਾਰੇ ਸੂਰਬੀਰ ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ ਵਰਗੇ, ਇਹ ਦੋਵੇਂ ਸਕੇ ਭਰਾ ਸਨ। ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਔਰ ਕਿਤੇ ਸਮਾਂ ਮਿਲਿਆ ਵਿਸਥਾਰ ਨਾਲ ਜ਼ਿਕਰ ਕਰਾਂਗੇ, ਇਹ ਭਾਈ ਮਨੀ ਸਿੰਘ ਦੇ ਬੇਟੇ ਆ ਦੋਵੇਂ, ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ। ਇਹ ਉਹੀ ਭਾਈ ਉਦੇ ਸਿੰਘ ਜਿਹਨੇ ਕੇਸਰੀ ਚੰਦ ਰਾਜੇ ਦਾ ਸਿਰ ਲਾਇਆ ਸੀ। ਇਹ ਉਹੀ ਭਾਈ ਬਚਿੱਤਰ ਸਿੰਘ ਹੈ ਜਿਹਨੇ ਨਾਗਣੀ ਵਰਸ਼ੇ ਨਾਲ ਹਾਥੀ ਦਾ ਟਾਕਰਾ ਕੀਤਾ ਸੀ। ਮੇਰੀ ਬੇਨਤੀ ਸੁਣਿਓ, ਜਿਹੜੀ ਗੱਲ ਕਰਨੀ ਚਾਹੁੰਦਾ, ਸਾਰਿਆਂ ਦੀਆਂ ਸੇਵਾਵਾਂ ਲੱਗ ਗਈਆਂ ਤੇ ਸਾਰਿਆਂ ਨੂੰ ਏਦਾਂ ਬਚਨ ਕਰਕੇ ਨਾ ਜੀ, ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚੁੱਪ ਕਰਕੇ ਬਹਿ ਗਏ, ਹੋਰ ਬਚਨ ਚੱਲਣ ਲੱਗ ਪਏ। ਭਾਈ ਦਇਆ ਸਿੰਘ ਜਿਹੜਾ ਪੰਜਾਂ ਪਿਆਰਿਆਂ ਦਾ ਮੁਖੀ ਹੈ, ਇਹ ਥੋੜਾ ਜਿਹਾ ਅੱਗੇ ਵਧਿਆ, ਇਹਨੇ ਹੱਥ ਜੋੜੇ, ਕਹਿੰਦਾ ਦਸ਼ਮੇਸ਼ ਪਿਤਾ ਆਗਿਆ ਹੋਵੇ ਤੇ ਮੈਂ ਇੱਕ ਬੇਨਤੀ ਕਰ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੱਸੋ ਭਾਈ ਦਇਆ ਸਿੰਘ ਜੀ, ਕੀ ਬਚਨ ਕਰਨਾ? ਕਹਿੰਦੇ ਦਾਤਾ ਸਾਨੂੰ ਪੰਜਾਂ ਨੂੰ ਵੀ ਹੁਕਮ ਲਾ ਦਿੱਤਾ ਜੇ ਵੀ ਕਿਵੇਂ ਕਿਵੇਂ ਤੁਰਨਾ ਹੈ, ਕਿਵੇਂ ਕਿਵੇਂ ਕਿਲ੍ਹਾ ਛੱਡਣਾ। ਆ ਜਿਹੜੇ ਦੋ ਵੱਡੇ ਪੁੱਤਰ ਨੇ ਤੁਹਾਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਇਹਨਾਂ ਦੋਵਾਂ ਨੂੰ ਵੀ ਹੁਕਮ ਲਾਤਾ ਤੁਸੀਂ। ਜਿਹੜੇ ਬਾਕੀ ਸਿੰਘ ਵਾ ਉਹਨਾਂ ਦੀਆਂ ਸੇਵਾਵਾਂ ਵੀ ਲੱਗ ਗਈਆਂ ਵੀ ਕੀ ਕੀ ਸੇਵਾ ਤੇ ਕਿਵੇਂ ਕਿਵੇਂ ਨਿਕਲਣਾ ਕਿਲ੍ਹੇ ਚੋਂ ਬਾਹਰ। ਪਰ ਪਾਤਸ਼ਾਹ ਇੱਕ ਬੇਨਤੀ ਕਰਨੀ। ਸਤਿਗੁਰ ਕਹਿੰਦੇ ਦੱਸ ਦਇਆ ਸਿੰਘ? ਕਹਿੰਦੇ ਦਾਤਾ ਜਿਹੜੇ ਤੁਹਾਡੇ ਦੋ ਛੋਟੇ ਸਾਹਿਬਜ਼ਾਦੇ ਆ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਦੇ ਬਾਰੇ ਚ ਵੀ ਤੁਸੀਂ ਕੁਛ ਨਹੀਂ ਦੱਸਿਆ ਤੇ ਸਤਿਕਾਰਯੋਗ ਮਾਤਾ ਜੀ ਦੇ ਬਾਰੇ ਚ ਕੋਈ ਬਚਨ ਨਹੀਂ ਹੋਇਆ ਅੱਜ। ਮਾਤਾ ਗੁਜਰ ਕੌਰ। ਸਤਿਗੁਰ ਕਹਿੰਦੇ ਦਇਆ ਸਿੰਘ ਉਹਨਾਂ ਦਾ ਹੁਣੇ ਦੱਸ ਦਈਏ? ਹਾਂ ਮਹਾਰਾਜ ਕਰੋ ਕਿਰਪਾ। ਪਾਤਸ਼ਾਹ ਕਹਿੰਦੇ ਦਇਆ ਸਿੰਘ ਮਾਂ ਨੂੰ ਆਵਾਜ਼ ਮਾਰ ਕੇ ਲਿਆ। ਕਿੰਨਿਆਂ ਸਾਲਾਂ ਦੀ ਹੈ ਭਲਾ ਮਾਂ ਕਲਗੀਧਰ ਦੀ ਉਸ ਵੇਲੇ ਦਾਤੇ ਦੀ? ਕੱਲ ਨੂੰ ਵੀ ਜ਼ਿਕਰ ਕਰਾਂਗੇ, ਕੱਲ ਨੂੰ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। 82 ਸਾਲ ਉਮਰ ਆ ਮਾਤਾ ਗੁਜਰ ਕੌਰ ਦੀ, ਤਕਰੀਬਨ ਉਸ ਵੇਲੇ 82 ਸਾਲਾਂ ਦੀ ਆ। ਕਹਿੰਦੇ ਮਾਤਾ ਜੀ ਨੂੰ ਬੁਲਾ ਕੇ ਲਿਆ। ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ, ਉੱਥੇ ਹੀ ਸੰਗਤ ਦੇ ਵਿੱਚ ਹੀ ਨੇ ਮਾਤਾ ਜੀ। ਆ ਗਈ ਮਾਂ ਤੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ ਕੇ ਜਦੋਂ ਮਾਤਾ ਜੀ ਬੈਠੇ ਨੇ, ਤੇ ਜਦੋਂ ਕਿਤੇ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਸ਼ਹਿਨਸ਼ਾਹ
ਜਦੋਂ ਕਿਤੇ ਮਾਤਾ ਜੀ ਨੂੰ ਆਵਾਜ਼ ਮਾਰਦੇ ਸਨ ਨਾ ਕਿਤੇ, ਜਾਂ ਕਿਸੇ ਸਿੱਖ ਕੋਲ ਸੁਨੇਹਾ ਭੇਜਣਾ ਕਿ ਮਾਤਾ ਜੀ ਨੂੰ ਬੁਲਾਓ, ਤੇ ਮਾਤਾ ਜੀ ਨੇ ਅਕਸਰ ਆਣ ਕੇ ਏਦਾਂ ਕਿਹਾ ਕਰਨਾ, ਸਤਿਗੁਰੂ ਜੀ ਮੇਰੇ ਵਾਸਤੇ ਕੀ ਹੁਕਮ ਹੈ। ਸਤਿਗੁਰੂ ਇਸ ਕਰਕੇ ਬਚਨ ਵਰਤਦੇ ਆ ਵੀ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੈ, 10ਵਾਂ ਪਾਤਸ਼ਾਹ ਵਾ। ਤੇ ਦੂਸਰਾ ਬਚਨ ਮਾਤਾ ਜੀ ਦਾ ਹੁੰਦਾ ਸੀ, ਮਾਤਾ ਜੀ ਨੇ ਹੱਥ ਜੋੜੇ ਕਹਿੰਦੇ, ਸਤਿਗੁਰੂ ਜੀ ਮੇਰੇ ਵਾਸਤੇ ਕੀ ਹੁਕਮ ਹੈ, ਮੇਰੇ ਲਾਲ ਦੀ ਕੀ ਆਗਿਆ ਹੈ। ਏਦਾਂ ਮਾਤਾ ਗੁਜਰ ਕੌਰ ਨਾ ਕਲਗੀਧਰ ਪਾਤਸ਼ਾਹ ਨਾਲ ਬਚਨ ਕਰਦੇ ਹੁੰਦੇ ਸੀ। ਪਹਿਲਾਂ ਸਤਿਗੁਰ ਕਹਿਣਾ ਹੁੰਦਾ, ਸਿੰਘਾਸਣ ਤੇ ਬਿਰਾਜਮਾਨ 10ਵਾਂ ਪਾਤਸ਼ਾਹ ਨੂੰ, ਸਤਿਗੁਰ ਜੀ ਕੀ ਹੁਕਮ ਹੈ, ਮੇਰੇ ਲਾਲ ਦੀ ਕੀ ਆਗਿਆ ਹੈ। ਕਲਗੀਧਰ ਪਿਤਾ ਨੇ ਬਚਨ ਵਰਤੇ। ਤੁਸੀਂ ਪਿਛੇ ਦਿਹਾੜੇ ਮਨਾਏ, ਹੋ ਸਕਦਾ ਤੁਸੀਂ ਬਚਨ ਸਾਂਝਾ ਕੀਤਾ ਹੋਵੇ ਕਿਤੇ, ਪਰ ਥੋੜੀ ਜਿਹੀ ਬਰੀਕੀ ਨਾਲ ਮੈਂ ਤੁਹਾਨੂੰ ਬਾਤ ਦੱਸਣੀ ਚਾਹਨਾ। ਸਤਿਗੁਰ ਨੇ ਆਖਿਆ, ਮਾਤਾ ਜੀ ਇਸ ਗੱਲ ਦਾ ਤੇ ਤੁਹਾਨੂੰ ਪਤਾ ਹੀ ਹੈ ਵੀ ਅੱਜ ਕਰੀਬਨ ਅੱਧੀ ਕੋ ਰਾਤ ਆਪਾਂ ਆਨੰਦਪੁਰ ਸਾਹਿਬ ਦਾ ਇੱਕ ਕਿਲਾ ਛੱਡ ਜਾਣਾ, ਚੱਲ ਜਾਣਾ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ, ਸਰੀਰ ਕਰਕੇ ਸਰੀਰਕ ਤੌਰ ਤੇ ਤਿਆਗਣਾ ਵਾ। ਸਤਿਗੁਰ ਅੱਜ ਵੀ ਬਿਰਾਜਮਾਨ ਹੈ ਹਰ ਥਾਂ ਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਨਾ ਆਖਿਆ ਕਰੋ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਛੱਡ ਗਿਆ ਵਾ। ਗੁਰੂ ਜਿਹੜਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਿਹੜਾ ਗੁਰੂ ਆ ਉਹਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਕਹਿੰਦੇ ਮਾਤਾ ਜੀ ਅੱਜ ਸਰੀਰਕ ਤੌਰ ਤੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਜਾਣਾ, ਆਪਾਂ ਜਾਣਾ ਵਾ ਇੱਥੋਂ। ਮਾਤਾ ਜੀ ਕਹਿੰਦੇ, ਹਾਂ ਮੇਰੇ ਲਾਲ ਤੁਸੀਂ ਮੈਨੂੰ ਦੱਸਿਆ ਸੀਗਾ ਤੇ ਆਪ ਜੀ ਦਾ ਹੁਕਮ ਸਿਰ ਮੱਥੇ ਆ, ਚੱਲਾਂਗੇ ਆਪਾਂ। ਪਤਾ ਦਸ਼ਮੇਸ਼ ਪਿਤਾ ਕੀ ਬੋਲੇ, ਮੇਰਾ ਕਲਗੀਧਰ ਕਹਿੰਦੇ, ਮਾਂ ਚਲੇ ਤੇ ਆਪਾਂ ਵਾ ਜਾਣਾ, ਪਰ ਹੁਣ ਜਿਹੜੇ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਉਹ ਇਹ ਆ ਕਿ ਮਾਤਾ ਜੀ ਜਿਹੜੇ ਤੁਹਾਡੇ ਦੋਵੇਂ ਵੱਡੇ ਪੋਤਰੇ ਹਨ, ਅਜੀਤ ਸਿੰਘ ਤੇ ਜੁਝਾਰ ਸਿੰਘ, ਆਪਾਂ ਜਿਨ੍ਹਾਂ ਨੂੰ ਸਤਿਕਾਰ ਨਾਲ ਸਾਹਿਬਜ਼ਾਦਾ ਸ਼ਬਦ ਵੀ ਵਰਤਦੇ ਆ ਤੇ ਬਾਬਾ ਸ਼ਬਦ ਵੀ ਵਰਤਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ। ਕਲਗੀਧਰ ਨੇ ਆਖਿਆ, ਮਾਂ ਜਿਹੜੇ ਤੁਹਾਡੇ ਵੱਡੇ ਪੋਤਰੇ ਆ ਨਾ ਦੋਵੇਂ, ਅਜੀਤ ਸਿੰਘ ਤੇ ਜੁਝਾਰ, ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਮੈਂ ਲੈ ਲਈ ਆ। ਉਹਨੇ ਕਿਹਾ ਕਿ ਤੁਸੀਂ ਮੇਰੇ ਨਾਲ ਟੁਰਨਾ। ਇਹ ਬਚਨ ਭਾਈ ਸੰਤੋਖ ਸਿੰਘ ਨੇ ਵੀ ਲਿਖਿਆ। ਕਹਿੰਦੇ ਮਾਤਾ ਜੀ ਜਿਹੜੇ ਵੱਡੇ ਪੋਤਰੇ ਆ ਤੁਹਾਡੇ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈ ਲਈ ਆ। ਤੁਹਾਨੂੰ ਹੁਣ ਇਸ ਕਰਕੇ ਆਵਾਜ਼ ਮਾਰੀ ਆ, ਮੈਂ ਚਾਹੁੰਦਾ ਵਾਂ ਜਿਹੜੇ ਤੇਰੇ ਛੋਟੇ ਪੋਤਰੇ ਆ ਨਾ ਦੋਵੇਂ, ਜੋਰਾਵਰ ਸਿੰਘ ਤੇ ਫਤਿਹ ਸਿੰਘ, ਮੈਂ ਚਾਹੁੰਦਾ ਇਹਨਾਂ ਦੋਵਾਂ ਪੋਤਰਿਆਂ ਦੀ ਜ਼ਿੰਮੇਵਾਰੀ ਤੁਹਾਨੂੰ ਦੇ ਦਾਂ। ਇਹ ਆਨੰਦਪੁਰ ਸਾਹਿਬ ਛੱਡਣ ਵੇਲੇ ਦੀ ਬਾਤ ਹੈ। ਉਹਨੂੰ ਪਤਾ, ਕਲਗੀਧਰ ਨੂੰ ਪਤਾ ਵਾ, ਉਹ ਹੋਵੇ ਦੀਨ ਦੁਨੀ ਦਾ ਪਾਤਸ਼ਾਹ ਤੇ ਉਹਨੂੰ ਪਤਾ ਨਾ ਹੋਵੇ। ਇਹ ਨਾ ਆਖਿਆ ਕਰੋ ਵੀ ਸਤਿਗੁਰ ਨੂੰ ਨਹੀਂ ਪਤਾ। ਉਹ ਸ਼ਾਹੇ ਸ਼ਹਿਨਸ਼ਾਹ ਵਾ, ਉਹਦਾ ਰੱਬੀ ਨੂਰ ਵਾ। ਉਹ ਆਪਾਂ ਤੇ ਸਿੱਖ ਆ ਤੇ ਆਪਾਂ ਉਹਨੂੰ ਕਹਿੰਦੇ ਸਾਡਾ ਸ਼ਾਹੇ ਸ਼ਹਿਨਸ਼ਾਹ, ਤੇ ਖੁਦਾ ਤੇ ਅੱਲਾਹ ਦਾ ਨੂਰ ਵਾ। ਉਹਨੂੰ ਤੇ ਗਨੀ ਖਾਨ, ਨਬੀ ਖਾਨ ਵੀ ਕਹਿੰਦੇ ਆ। ਉਹ ਦੁਨੀਆ ਦੇ ਲੋਕੋ, ਜੇ ਅੱਲਾਹ ਦਾ ਦਰਸ਼ਨ ਕਰਨਾ ਦੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਸਦਾ ਰਹੇ। ਉਹਨੂੰ ਤੇ ਪੀਰ ਬੁੱਧੂ ਸ਼ਾਹ ਵੀ ਇਹ ਗੱਲ ਆਖਦਾ, ਅੱਲਾਹ ਖੁਦਾ ਦੇ ਨੂਰ, ਤੇਰਾ ਦੀਦਾਰ ਕਰਨ ਵਾਸਤੇ ਸਢੌਰੇ ਤੋਂ ਚੱਲ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਆਇਆ। ਤੂੰ ਮੇਰਾ ਖੁਦਾ ਹੈ, ਤੂੰ ਮੇਰਾ ਅੱਲਾਹ ਵਾ। ਤੇਰੇ ਨੂਰੀ ਚਿਹਰੇ ਵਿੱਚੋਂ ਮੈਨੂੰ ਖੁਦਾ ਦਾ ਦੀਦਾਰ ਹੁੰਦਾ ਹੈ। ਜਿਸ ਦਿਨ ਦਾ ਇਹਨਾਂ ਅੱਖੀਆਂ ਵਿੱਚ ਤੂੰ ਵਸ ਗਿਆ ਕਲਗੀਧਰ, ਮੈਂ ਇਹ ਸਮਝ ਲਿਆ ਮੇਰੀਆਂ ਅੱਖੀਆਂ 'ਚ, ਮੇਰੇ ਦਿਲ 'ਚ, ਮੇਰੇ ਰੋਮ ਰੋਮ ਦੇ ਵਿੱਚ ਖੁਦਾ ਵਸ ਗਿਆ, ਅੱਲਾਹ ਵਸ ਗਿਆ ਮੇਰੇ। ਇੰਨਾ ਪਿਆਰ ਕਰਦੇ ਸਨ ਉਹ ਲੋਕ ਕਲਗੀਧਰ ਪਾਤਸ਼ਾਹ ਦੇ ਨਾਲ। ਜਿਹੜਾ ਸਤਿਗੁਰ ਆ ਇਹ ਤੀਨ ਕਾਲ ਗਿਆਤਾ। ਦਸ਼ਮੇਸ਼ ਪਿਤਾ ਨੇ ਆਖਿਆ ਸੀ, ਮਾਂ ਜਿਹੜੇ ਤੁਹਾਡੇ ਵੱਡੇ ਪੋਤਰੇ ਆ ਦੋਵੇਂ, ਇਹਨਾਂ ਦੀ ਜ਼ਿੰਮੇਵਾਰੀ ਮੈਂ ਲੈ ਲਈ ਆ। ਮੈਂ ਚਾਹੁੰਦਾ ਜਿਹੜੇ ਛੋਟੇ ਨੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹਨਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪ ਦੇ। ਮਾਤਾ ਜੀ ਨੇ ਆਖਿਆ 7 ਬਚਨ ਹੈ। ਇੱਕ ਬਚਨ ਆਖਿਆ ਕਲਗੀਧਰ ਦਾਤੇ ਨੇ, ਕਹਿੰਦੇ ਮਾਤਾ ਜੀ ਬਾਕੀ ਸਾਰੇ ਦੇ ਸਾਰੇ ਸਿੰਘ ਤੇ ਗੁਰੂ ਪਾਤਸ਼ਾਹ ਦੇ ਮਹਿਲ ਵੀ ਆ ਉੱਥੇ, ਕਹਿੰਦੇ ਇਹ ਸਾਰੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋਣਗੇ
ਇੱਕ ਇੱਕ ਸਿੰਘ ਇਹ ਆਪੋ ਆਪਣੇ ਘੋੜਿਆਂ ਤੇ ਸਵਾਰ ਹੋਣਗੇ। ਇਹ ਸਾਰੇ ਜਥੇ ਦੇ ਵਿੱਚ ਇੱਕ ਘੋੜਾ ਐਸਾ ਹੋਊਗਾ ਜਿਹਦੇ ਤੇ 3 ਜਣੇ ਹੋਣਗੇ, 3 ਜਣੇ। ਕਹਿੰਦੇ ਮਾਤਾ ਜੀ ਇਹਨਾਂ ਦੋਵਾਂ ਪੋਤਰਿਆਂ ਨੂੰ ਨਾਲ ਲੈ ਕੇ ਤੁਸੀਂ 3 ਜਣਿਆਂ ਨੇ ਇੱਕੋ ਘੋੜੇ ਤੇ ਸਵਾਰ ਹੋਣਾ। ਇਹਨਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੰਭਾਲਤੀ, ਇਹਨਾਂ ਦਾ ਖਿਆਲ ਤੁਸੀਂ ਰੱਖਣਾ ਹੈ। ਇੱਕ ਬੇਨਤੀ ਕਰਾਂ, ਆਪਾਂ ਗ੍ਰਸਤ ਜੀਵਨ ਵਾਲੇ, ਗ੍ਰਸਤੀ ਹੋਣ ਦੇ ਨਾਤੇ ਕਦੇ ਸੋਚ ਕੇ ਵੇਖਿਆ ਜੇ ਗੁਰੂ ਦੇ ਸਿੱਖੋ, ਇੱਥੋਂ ਕਿਤੇ ਆਪਾਂ 5-7 ਘੰਟੇ ਦਾ ਸਫ਼ਰ ਕਰਨਾ ਹੋਵੇ ਨਾ, ਕਿਤੇ ਤੈਅ, ਗੱਡੀਆਂ ਕਾਰਾਂ ਸਾਡੇ ਕੋਲ ਹੋਣ ਅੱਜ, ਤੇ ਆਪਾਂ ਘਰ ਦੇ ਕਿਤੇ 5-7-10 ਜੀ, ਘਰ ਦੇ 10 ਮੈਂਬਰ ਹੋਈਏ, ਭੈਣ ਭਰਾ, ਤੇ ਆਪਾਂ ਕਿਤੇ ਕੁਝ ਘੰਟਿਆਂ ਵਾਸਤੇ ਸਫ਼ਰ ਕਰਕੇ ਜਾਣਾ ਹੋਵੇ, ਤੇ 82 ਸਾਲਾਂ ਦੀ ਸਾਡੀ ਮਾਂ ਹੋਵੇ ਨਾਲ, 82 ਸਾਲਾਂ ਦੀ ਹੋਵੇ ਬਜ਼ੁਰਗ ਮਾਤਾ ਦਾਦੀ ਨਾਲ, ਤੁਸੀਂ ਘਰ ਦੇ ਮੈਂਬਰਾਂ ਨੂੰ ਕੀ ਕਹੋਗੇ? 82 ਸਾਲ ਦੀ ਮਾਂ ਨੂੰ ਆਖੋਗੇ ਕਿ ਮਾਤਾ ਇਹਨਾਂ ਦਾ ਧਿਆਨ ਰੱਖੀ? ਆਪਾਂ ਕੀ ਕਹਾਂਗੇ? ਆਪਾਂ ਘਰ ਦੇ ਮੈਂਬਰਾਂ ਨੂੰ, ਕੋਈ ਬੀਬੀ ਆ ਜਾਂ ਮਰਦ ਆ, ਆਪਾਂ ਕਵਾਂਗੇ ਵੀ ਲੰਮਾ ਸਫ਼ਰ ਵਾ ਤੇ ਮਾਤਾ ਜੀ ਦਾ ਧਿਆਨ ਰੱਖਿਓ। ਆਪਾਂ ਇਹ ਕਵਾਂਗੇ ਮਾਤਾ ਜੀ ਦਾ ਧਿਆਨ ਰੱਖਿਓ। ਤੇ ਬਾਜਾਂ ਵਾਲੇ ਦੀ ਮਾਂ ਕਿਹੋ ਜੀ ਆ? 82 ਸਾਲਾਂ ਦੀ ਮਾਂ। ਬਾਜਾਂ ਵਾਲਾ ਕਹਿੰਦਾ ਮਾਂ ਵੱਡਿਆਂ ਦੋਵਾਂ ਪੁੱਤਾਂ ਦੀ ਜ਼ਿੰਮੇਵਾਰੀ ਮੈਂ ਸੰਭਾਲ ਲਈ, ਛੋਟੇ ਦੋਵੇਂ ਮੇਰੇ ਲਾਲ ਜਿਹੜੇ ਇਹਦੀ ਜ਼ਿੰਮੇਵਾਰੀ ਤੁਹਾਨੂੰ ਸੌਂਪਤੀ, ਇਹਨਾਂ ਦਾ ਧਿਆਨ ਰੱਖਿਓ, ਖਿਆਲ ਰੱਖਿਓ ਇਹਨਾਂ ਦਾ। ਇਹ ਅਨੰਦਪੁਰ ਸਾਹਿਬ ਤੋਂ ਤੁਰਨ ਵੇਲੇ ਉਹਨੂੰ ਸੌਂਪ ਦਿੱਤੇ। ਪਰ ਉਸ ਮਾਂ ਨੇ ਪਤਾ ਕੀ ਆਖਿਆ ਸੀ ਜੀ, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਸੀ, ਮਾਤਾ ਗੁਜਰ ਕੌਰ ਘੋੜੇ ਤੇ ਸਵਾਰ ਹੋ ਗਈ, ਵਾਗਾਂ ਫੜ ਲਈਆਂ ਘੋੜੇ ਦੀਆਂ ਉਹਨੇ। ਮਾਤਾ ਜੀ ਦਾ ਹੋਰ ਤੇ ਆਪਾਂ ਬਹੁਤ ਜ਼ਿਕਰ ਕੀਤਾ ਹੋਊਗਾ, ਕਿਤੇ ਮਾਤਾ ਗੁਜਰੀ ਦਾ ਅਰਥਾਤ ਮਾਤਾ ਗੁਜਰ ਕੌਰ ਦੀ ਸੂਰਬੀਰਤਾ ਦਾ ਜ਼ਿਕਰ ਵੀ ਕਰਿਆ ਕਰੋ ਕਿ ਕਿਹੋ ਜੀ ਸੂਰਬੀਰ ਹੋਊਗੀ ਮਾਂ ਉਹ। ਘੋੜੇ ਤੇ ਸਵਾਰ ਜਿਹੜਾ 9 ਸਾਲ ਦੀ ਉਮਰ ਵਾਲਾ ਪੋਤਰਾ ਸੀ ਬਾਬਾ ਜੋਰਾਵਰ ਸਿੰਘ, ਇਹਨੂੰ ਆਪਣੇ ਘੋੜੇ ਦੇ ਉੱਤੇ ਪਿਛਲੇ ਪਾਸੇ ਬਿਠਾ ਲਿਆ ਉਹਨੇ, ਤੇ ਕਹਿੰਦੀ ਜੋਰਾਵਰ ਘੁੱਟ ਕੇ ਦਾਦੀ ਨੂੰ ਜੱਫੀ ਪਾ ਲਾ। ਪਿਛਲੇ ਪਾਸੇ ਉਹ ਦਾਦੀ ਨੂੰ ਜੱਫੀ ਪਾ ਲਈ ਉਹਨੇ। ਤੇ ਜਿਹੜਾ ਛੋਟਾ ਸੀ ਨਾ 7 ਸਾਲ ਦਾ, ਜੇ ਪੂਰਾ ਚੰਗੀ ਤਰ੍ਹਾਂ ਹੋਇਆ ਨਹੀਂ 7 ਸਾਲਾਂ ਦਾ, ਕਰੀਬਨ 7 ਸਾਲ ਦਾ ਬਾਬਾ ਫਤਿਹ ਸਿੰਘ, ਉਹਨੂੰ ਘੋੜੇ ਦੇ ਉੱਤੇ ਆਪਣੇ ਅਗਲੇ ਪਾਸੇ, ਕਦੀ ਤੁਸੀਂ ਤਸਵੀਰ ਵੇਖੋਗੇ ਉਹ ਤੇ ਜਿੱਧਰ ਨੂੰ ਘੋੜੇ ਦਾ ਮੂੰਹ ਹੈ ਨਾ, ਉਧਰ ਨੂੰ ਬਾਬਾ ਫਤਿਹ ਸਿੰਘ ਦਾ ਮੂੰਹ ਵਿਖਾਇਆ ਬੈਠਾ। ਪਰ ਮੈਂ ਇਸ ਤਰ੍ਹਾਂ ਪੜਿਆ ਵੀ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਆਪਣੇ ਅਗਲੇ ਪਾਸੇ ਬਿਠਾ ਲਿਆ ਤੇ ਮੂੰਹ ਆਪਣੇ ਵੱਲ ਨੂੰ ਕਰ ਲਿਆ, ਤੇ ਕਹਿੰਦੀ ਵੇ ਫਤਿਹ, ਏਦਾਂ ਬੁਲਾਉਂਦੀ ਹੁੰਦੀ ਸੀ ਦਾਦੀ, ਵੇ ਮੇਰੇ ਫਤਿਹ, ਮੇਰੇ ਲਾਲ ਦੇ ਲਾਲ, ਤੂੰ ਅਗਲੇ ਪਾਸੇ ਉਹ ਦਾਦੀ ਨੂੰ ਜੱਫੀ ਪਾ ਕੇ ਬਹਿ ਜਾ। ਜਿਹੜਾ 9 ਸਾਲ ਦਾ ਉਹ ਪਿਛਲੇ ਪਾਸੇ ਬਹਿ ਗਿਆ ਘੋੜੇ ਤੇ, ਮਗਰੋਂ ਦਾਦੀ ਨੂੰ ਗਲਵਕੜੀ ਪਾ ਲਈ ਉਹਨੇ। ਤੇ ਜਿਹੜਾ ਛੋਟਾ ਸੀ ਫਤਿਹ ਸਿੰਘ, ਇਹ ਅਗਲੇ ਪਾਸੇ ਬਿਠਾ ਲਿਆ ਘੋੜੇ ਤੇ ਕਹਿੰਦੀ ਵੇ ਮੇਰੇ ਲਾਲ ਦੇ ਲਾਲ ਫਤਿਹ, ਅਗਲੇ ਪਾਸੇ ਉਹ ਦਾਦੀ ਨੂੰ ਜੱਫੀ ਪਾ ਕੇ ਬਹਿ ਜਾ, ਘੁੱਟ ਕੇ ਗਲਵਕੜੀ ਪਾ ਲਾ। ਤੇ ਦੋਵੇਂ ਪੋਤੇ ਦਾਦੀ ਨਾਲ ਚੰਬੜ ਗਏ। ਘੋੜਾ ਤੁਰਿਆ, ਜਦੋਂ ਕਿਲ੍ਹਾ ਛੱਡਿਆ ਤੇ ਦਾਦੀ ਕਿਲ੍ਹੇ ਤੋਂ ਬਾਹਰ ਆ ਕੇ ਦਰਵਾਜ਼ੇ ਤੋਂ ਪਤਾ ਕੀ ਕਹਿੰਦੀ? ਕਹਿੰਦੀ ਵੇ ਜੋਰਾਵਰ, ਵੇ ਮੇਰੇ ਫਤਿਹ, ਘੁੱਟ ਕੇ ਦਾਦੀ ਨੂੰ ਗਲਵਕੜੀ ਪਾ ਛੱਡਿਆ ਜੇ। ਇਹ ਜਿਹੜੀ ਜੱਫੀ ਪਾ ਲਈ ਨਾ ਅੱਜ ਤੁਸੀਂ ਦਾਦੀ ਨੂੰ, ਇਹ ਹੋ ਸਕਦਾ ਨਿਰੰਕਾਰ ਪਰਮਾਤਮਾ ਦੀ ਦਰਗਾਹ ਤੱਕ ਪਈ ਰਵੇ। ਤੁਹਾਡਾ ਮੇਰਾ ਰਿਸ਼ਤਾ ਇਸ ਦੁਨੀਆ ਦਾ ਰਿਸ਼ਤਾ ਹੀ ਨਹੀਂ, ਤੁਹਾਡਾ ਮੇਰਾ ਰਿਸ਼ਤਾ ਨਿਰੰਕਾਰ ਦੀ ਦਰਗਾਹ ਤੱਕ ਦਾ ਰਿਸ਼ਤਾ ਵਾ, ਉੱਥੋਂ ਤੱਕ ਦਾ। ਜਿਹੜਾ ਨਿੱਕਾ ਸੀ ਨਾ ਛੋਟਾ ਫਤਿਹ ਸਿੰਘ, ਕਹਿੰਦਾ ਦਾਦੀ ਅੱਛਾ ਆਪਣਾ ਦਰਗਾਹ ਤੱਕ, ਸੱਚਖੰਡ ਤੱਕ ਦਾ ਰਿਸ਼ਤਾ ਵਾ। ਉਸ ਦਾਦੀ ਨੇ ਆਖਿਆ ਹਾਂ ਫਤਿਹ ਪੁੱਤ, ਜਿੱਦਣ ਮੈਂ ਤੇਰੇ ਦਾਦੇ ਨੂੰ ਤੋਰਿਆ ਸੀ ਅੱਜ ਤਕਰੀਬਨ 30 ਸਾਲ ਹੋ ਗਏ। ਜਿੱਦਣ ਪੋਤੇ ਤੋਰੇ 30 ਸਾਲ ਬਾਅਦ, 30 ਸਾਲ ਉਹਨੇ ਹੋਰ ਬੰਦਗੀ ਕੀਤੀ ਹੈ। ਜਿੱਦਣ ਮਾਂ ਗੁਜਰੀ ਨੇ ਪਤੀ ਤੋਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣ ਵਾਸਤੇ, ਉਦਣ ਉਹਦਾ ਆਪਣਾ ਲਾਲ ਕਲਗੀਧਰ 9 ਸਾਲਾਂ ਦਾ ਸੀ। ਕਹਿੰਦੀ ਜਿੱਦਣ ਮੈਂ ਤੇਰੇ ਦਾਦੇ ਨੂੰ ਤੋਰਿਆ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵੱਲ, ਮੇਰੇ ਫਤਿਹ ਤੇ ਮੇਰੇ ਜੋਰਾਵਰ, ਤੇਰਾ ਦਾਦਾ ਆਨੰਦਪੁਰ ਸਾਹਿਬ ਤੋਂ ਤੁਰਨ ਵੇਲੇ ਇੱਕ ਗੱਲ ਕਹਿ ਗਿਆ ਸੀ। ਤੇ ਜਿਹੜਾ ਛੋਟਾ ਨਾ ਅੱਗੇ ਬੈਠਾ ਦਾਦੀ ਨੂੰ ਜੱਫੀ ਪਾ ਕੇ, ਕਹਿੰਦਾ ਦਾਦੀ ਦੱਸ ਦਾਦਾ ਜੀ ਕੀ ਕਹਿੰਦੇ ਸੀ? ਕਹਿੰਦੀ ਵੇ ਜੋਰਾਵਰ ਫਤਿਹ, ਤੁਹਾਡਾ ਦਾਦਾ ਮੈਨੂੰ ਉਦਣ ਹੀ ਕਹਿ ਗਿਆ ਸੀ ਗੁਜਰੀ ਅੱਜ ਖੁਸ਼ੀ ਖੁਸ਼ੀ ਚਾਅ ਦੇ ਨਾਲ
ਸ਼ਹੀਦ ਹੋਣ ਵਾਸਤੇ ਆਪਣੇ ਪਤੀ ਨੂੰ ਤੋਰਦੀ ਪਈਆਂ। ਇੱਕ ਦਿਨ ਤੇਰੀ ਜ਼ਿੰਦਗੀ ਵਿੱਚ ਆਏਗਾ, ਪੋਤਰੇ ਵੀ ਤੂੰ ਹੀ ਤੋਰਨੇ, ਤੂੰ ਹੀ ਤੋਰਨੇ। ਅਜੇ ਉਦਣ ਜਿੱਦਣ ਤੇਰਾ ਦਾਦਾ ਇਹ ਗੱਲ ਕਹਿ ਕੇ ਗਿਆ ਵੀ ਪੋਤਰੇ ਵੀ ਤੂੰ ਤੋਰੇਂਗੀ, ਉਦੋਂ ਤੁਹਾਡਾ ਆਪਣਾ ਬਾਪੂ ਅਜੇ 9 ਸਾਲਾਂ ਦਾ ਸੀ, ਕਲਗੀਧਰ। ਤੇ ਮੈਨੂੰ ਪਤਾ ਲੱਗ ਗਿਆ ਸੀ ਗੁਰੂ ਨਾਨਕ ਅਜੇ ਹੋਰ ਬੜਾ ਤਪ ਕਰਨਾ ਪੈਣਾ, ਕਿਉਂਕਿ ਅਜੇ ਮੇਰਾ ਆਪਣਾ ਪੁੱਤ 9 ਸਾਲ ਦਾ, ਇਹਨੂੰ ਕਦੋਂ ਵਿਆਹਾਂਗੀ ਵਰਾਂਗੀ, ਫਿਰ ਇਹਦੇ ਘਰ ਬੱਚੇ ਹੋਣਗੇ, ਉਹ ਥੋੜੇ ਵੱਡੇ ਹੋਣਗੇ ਤੇ ਤੋਰਾਂਗੀ। 52 ਸਾਲ ਦੀ ਉਮਰ 'ਚ ਪਤੀ ਤੋਰਿਆ, ਆਨੰਦਪੁਰ ਸਾਹਿਬ ਛੱਡਿਆ, 82 ਸਾਲਾਂ ਦੀ ਉਮਰ ਆ ਜਦੋਂ ਪੋਤੇ ਤੋਰਦੀ ਆ ਤੇ ਆਪ ਟੁਰਦੀ ਆ ਸ਼ਹਾਦਤ ਦਾ ਜਾਮ ਪੀਣ ਵਾਸਤੇ। 82 ਸਾਲਾਂ ਦੀ ਹੈ ਕਲਗੀਧਰ ਦੀ ਮਾਂ, ਮਾਤਾ ਗੁਜਰ ਕੌਰ। ਔਰ ਕਮਾਲ ਦੀ ਗੱਲ ਤੁਹਾਨੂੰ ਦੱਸਾਂ, ਖਿਮਾ ਕਰਿਓ, ਇਸ ਗੱਲ ਦਾ ਤੇ ਕਿਹਨੂੰ ਨਹੀਂ ਪਤਾ ਵੀ ਸਰਸਾ ਨਦੀ ਜਦੋਂ ਪਾਰ ਕੀਤੀ, ਸਰਸਾ ਨਦੀ 'ਚ ਹੜ੍ਹ ਆਇਆ, ਸਰਸਾ ਨਦੀ ਉੱਪਰ ਦੀ ਉਛਲਦੀ ਪਈ ਹੈ ਨਦੀ। ਇਹ ਗੱਲ ਆਪਾਂ ਸਾਰਿਆਂ ਨੇ ਬੜੀ ਵਾਰੀ ਸੁਣੀ ਤੇ ਬੜੀ ਵਾਰੀ ਪੜ੍ਹੀ, ਪਰ ਆ ਵੀ ਗੱਲ ਨਾਲ ਚੇਤੇ 'ਚ ਰੱਖਿਓ। ਆਪਾਂ ਕਹਿੰਦੇ ਸਰਸਾ ਨਦੀ ਪਾਰ ਕਰਨ ਵੇਲੇ ਕਈ ਸਿੰਘ ਰੁੜ ਗਏ ਸਰਸਾ ਨਦੀ 'ਚ, ਕਈ ਘੋੜੇ ਰੁੜ ਗਏ ਸਰਸਾ ਨਦੀ 'ਚ, ਕਈ ਧਾਰਮਿਕ ਪੁਸਤਕਾਂ ਤੇ ਗ੍ਰੰਥ ਰੁੜ ਗਏ, ਖਜ਼ਾਨਾ ਰੁੜ ਗਿਆ ਸਰਸਾ ਨਦੀ 'ਚ। ਉਹ ਕਈ ਨੌਜਵਾਨ ਸਿੰਘ ਘੋੜੇ ਸਰਸਾ ਨਦੀ ਦੀ ਭੇਟਾ ਚੜ ਕੇ ਉਹਦੇ 'ਚ ਰੁੜ ਗਏ। ਉਹ ਸਿੰਘ ਕਈ ਰੁੜ ਗਏ, ਕਈ ਘੋੜੇ ਰੁੜ ਗਏ, ਕਈ ਖਜ਼ਾਨਾ ਰੁੜ ਗਿਆ। 82 ਸਾਲਾਂ ਦੀ ਕਲਗੀਧਰ ਦੀ ਮਾਂ ਮਾਤਾ ਗੁਜਰ ਕੌਰ ਦੋਵਾਂ ਪੋਤਿਆਂ ਨੂੰ ਨਾਲ ਲੈ ਕੇ ਸਰਸਾ ਨਦੀ ਪਾਰ ਕਰ ਗਈ। ਕਿੱਡੀ ਤਕੜੀ ਸੂਰਬੀਰ ਹੋਊਗੀ ਉਹ, ਕਿੱਡੀ ਤਕੜੀ ਘੋੜਸਵਾਰ ਹੋਊਗੀ ਉਹ ਮਾਂ ਗੁਜਰ ਕੌਰ। ਆਪਾਂ ਕਦੇ ਜ਼ਿਕਰ ਕੀਤਾ ਇਸ ਗੱਲ ਦਾ? ਕਈ ਘੋੜੇ ਤੇ ਉਹਦੇ 'ਚ ਖਜ਼ਾਨਾ ਤੇ ਸਿੰਘ, ਨੌਜਵਾਨ ਸਿੰਘ ਸਰਸਾ ਨਦੀ 'ਚ ਰੁੜਦੇ ਜਾਂਦੇ ਆ, ਹੜ੍ਹ ਆਇਆ ਉਹਦੇ 'ਚ। ਬਾਜਾਂ ਵਾਲੇ ਦੀ ਮਾਂ, ਤਾਂ ਹੀ ਇਹ ਇਤਿਹਾਸ ਬਣਿਆ, ਤਾਂ ਹੀ ਬਣਿਆ ਇਤਿਹਾਸ। ਪਾਰ ਕਰ ਗਈ ਉਹ, ਐਡੀ ਤਕੜੀ ਸੂਰਬੀਰ ਆ ਉਹ। ਤੇ ਸੱਜਣੋ, ਜਿਸ ਦੇ ਬਲੱਡ ਤੋਂ, ਉਸ ਮਾਂ ਗੁਜਰੀ ਦੇ ਬਲੱਡ ਤੋਂ, ਉਸ ਮਾਂ ਗੁਜਰੀ ਦੇ ਖੂਨ ਤੋਂ, ਉਸ ਮਾਂ ਗੁਜਰੀ ਦੀ ਕੁੱਖ ਤੋਂ ਦਸ਼ਮੇਸ਼ ਪਿਤਾ ਪੈਦਾ ਹੋਇਆ, ਬਾਜਾਂ ਵਾਲਾ। ਇੱਕੋ ਇੱਕ ਮਾਂ ਵਾ ਇਸ ਧਰਤੀ ਤੇ ਜਿਸ ਨੇ ਦਸ਼ਮੇਸ਼ ਪਿਤਾ ਕਲਗੀਧਰ ਦਾ ਤੇ ਸ਼ਾਹੇ ਸ਼ਹਿਨਸ਼ਾਹ ਨੂੰ ਆਪਣੀ ਕੁੱਖ ਤੋਂ ਪੈਦਾ ਕੀਤਾ। ਨਾ ਦੂਸਰੀ ਮਾਂ ਗੁਜਰੀ ਇਸ ਧਰਤੀ ਤੇ ਪੈਦਾ ਹੋਵੇ ਤੇ ਨਾ ਦੂਸਰਾ ਬਾਜਾਂ ਵਾਲਾ ਇਸ ਧਰਤੀ ਦੇ ਉੱਤੇ ਜਨਮ ਲਵੇ। ਸਮੇਂ ਦੀ ਸਮਾਪਤੀ ਆ, ਕੱਲ ਨੂੰ ਬਾਤਾਂ ਪਾਵਾਂਗੇ, ਕੱਲ ਨੂੰ ਜ਼ਿਕਰ ਕਰਾਂਗੇ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਹੇ। ਸਮੇਂ ਨਾਲ ਪੁੱਜਿਓ ਸਾਹਿਬ ਦੀ ਗੋਦ ਵਿੱਚ, ਸਾਰਿਆਂ ਨੇ ਹਾਜ਼ਰੀਆਂ ਲਵਾਉਣੀਆਂ। ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੱਲ ਨੂੰ ਇਸ ਵਿਸ਼ੇ ਦੇ ਉੱਤੇ ਮਿਲ ਕੇ ਸਾਰੇ ਬਾਤਾਂ ਪਾਵਾਂਗੇ। ਸਤਿਗੁਰ ਪਾਤਸ਼ਾਹ ਦੀਆਂ ਰਹਿਮਤਾਂ ਨਾਲ ਸਾਲੇ ਝੋਲੀਆਂ ਭਰਾਂਗੇ। ਬੇਅੰਤ ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ